ਸੂਹੀ ਸਵੇਰ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਖੇਤੀ ਕਾਨੂੰਨਾਂ ਦੇ ਖਿਲਾਫ ਪੰਜਾਬ ਦੇ ਵਿੱਚ ਸੰਘਰਸ਼ ਜਿਹੜਾ ਹੈ ਉਹ ਤਿੱਖਾ ਹੁੰਦਾ ਜਾ ਰਿਹਾ ਹੈ। 31 ਕਿਸਾਨ ਜਥੇਬੰਦੀਆਂ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਰੇਲਾਂ ਰੋਕ ਲਈਆਂ ਗਈਆਂ ਨੇ। ਪੈਟਰੋਲ ਪੰਪ ਜਿਹੜੇ ਰਿਲਾਇੰਸ ਦੇ ਨੇ ਉਹ ਮੁਕੰਮਲ ਬੰਦ ਕਰ ਦਿੱਤੇ ਗਏ ਨੇ। ਮਾਨਸਾ ਦੇ ਵਿੱਚ ਅਸੀਂ ਖੜੇ ਹਾਂ, ਕੁਝ ਕਿਸਾਨ ਆਗੂ ਸਾਡੇ ਨਾਲ ਨੇ, ਉਹਨਾਂ ਦੇ ਨਾਲ ਇਸ ਮਸਲੇ ਤੇ ਗੱਲਬਾਤ ਕਰਾਂਗੇ। ਹਾਂਜੀ, ਕਿਵੇਂ ਦੇਖਦੇ ਹੋ ਤੁਸੀਂ ਹੁਣ ਸੰਘਰਸ਼ ਨੂੰ? ਕਿਉਂਕਿ ਕਾਨੂੰਨ ਬਣ ਚੁੱਕਿਆ, ਮੋਹਰ ਲੱਗ ਚੁੱਕੀ ਹੈ, ਹੁਣ ਕਿਵੇਂ ਦੇਖਦੇ ਹੋ ਸੰਘਰਸ਼? ਸਾਡਾ ਜੋ ਸਾਡਾ 31 ਜਥੇਬੰਦੀਆਂ ਦਾ ਇੱਕ ਹੈਗਾ ਸੰਘਰਸ਼, ਅਸੀਂ ਜਿੱਤਾਂਗੇ। ਮੈਂ ਭੋਲਾ ਸਿੰਘ ਸਮੂਹ ਸੂਬਾ ਮੀਤ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ। ਸਾਨੂੰ ਸਾਡੇ ਆਗੂਆਂ 'ਤੇ ਬੜਾ ਮਾਣ ਹੈਗਾ। ਮੋਦੀ ਨੇ ਬੇਸ਼ੱਕ ਦੀ ਕਾਗਜ਼ਾਂ 'ਚ ਇਹ ਬਿੱਲ ਪਾਸ ਕਰਤਾ, ਪਰ ਪੰਜਾਬ ਦੇ ਸੰਘਰਸ਼ਸ਼ੀਲ ਕਿਸਾਨ ਮਜ਼ਦੂਰ ਸਾਰੇ ਵਰਗ ਮਿੱਟੀ ਨਾਲ ਪਿਆਰ ਕਰਦੇ ਆ, ਖੇਤੀ ਕਿੱਤੇ ਨਾਲ ਪਿਆਰ ਕਰਦੇ ਹੈਗੇ। ਜੇ ਕੇਂਦਰ ਸਰਕਾਰ, ਮੋਦੀ ਸਰਕਾਰ ਵੱਡੇ ਘਰਾਣਿਆਂ ਦੇ ਆਖੇ ਲੱਗ ਕੇ 50-50 ਹਜ਼ਾਰ ਦੇ ਫਾਰਮ ਬਣਾਉਣਾ ਚਾਹੁੰਦੇ ਹੈਗੇ, ਤਾਂ ਪੰਜਾਬ ਦੇ ਕਿਸਾਨ, ਪੰਜਾਬ ਦੀਆਂ ਜਥੇਬੰਦੀਆਂ ਬਰਦਾਸ਼ਤ ਨਹੀਂ ਕਰਨਗੀਆਂ। ਜੋ ਵੀ ਸਾਡੇ ਜਥੇਬੰਦੀਆਂ ਦੇ ਸਰਮੌਰ ਆਗੂ ਸਾਨੂੰ ਸੱਦਾ ਦੇਣਗੇ, ਜਿੱਧਰ ਦਾ ਵੀ ਸੱਦਾ ਦੇਣਗੇ, ਦਿੱਲੀ ਦਾ ਸੱਦਾ ਦੇਣਗੇ, ਕੱਤੇ 'ਚ ਅਸੀਂ ਝੋਨੇ ਦੀ ਵਾਢੀ ਕਰਕੇ ਤੇ ਕਣਕ ਬੀਜ ਲਾਂਗੇ। ਉਸ ਤੋਂ ਬਾਅਦ 26-27 ਦਾ ਅਸੀਂ ਦਿੱਲੀ ਵੱਲ ਸਾਡੇ ਆਗੂਆਂ ਵੱਲੋਂ ਐਲਾਨ ਹੋ ਜਾਊਗਾ ਤੇ ਅਸੀਂ ਦਿੱਲੀ ਵੱਲ ਵੀ ਕੂਚ ਕਰਾਂਗੇ। ਬਿਲਕੁਲ ਇਹ ਕਾਨੂੰਨ ਨੂੰ ਪਾਸ ਨਹੀਂ ਹੋਣ ਦੇਵਾਂਗੇ। ਇਹ ਸਾਡਾ 31 ਕਿਸਾਨ ਜਥੇਬੰਦੀਆਂ ਦਾ ਤਹੱਈਆ ਹੈ। ਧੰਨਵਾਦ। ਅੱਛਾ ਮਾਸਟਰ ਜੀ, ਤੁਸੀਂ ਕਿਵੇਂ ਦੇਖਦੇ ਹੋ? ਤੁਹਾਡਾ ਵੀ ਸੰਘਰਸ਼ਾਂ ਦਾ ਲੰਬਾ ਤਜਰਬਾ ਹੈ ਕਿ ਹੁਣ ਕੀ ਹੱਲ ਹੋ ਸਕਦਾ ਹੈ, ਕੀ ਹੋ ਸਕਦਾ? ਦੇਖੋ ਜੀ, ਇਹ ਜਿਹੜੀ ਸਰਕਾਰ ਹੈ, ਮੈਂ ਜਮਹੂਰੀ ਕਿਸਾਨ ਸਭਾ ਦਾ ਸਰਪ੍ਰਸਤ ਹਾਂ ਪੰਜਾਬ ਦਾ, ਔਰ ਮੈਂ ਇਹ ਦੱਸਣਾ ਚਾਹੁੰਦਾ ਕਿ ਮੋਦੀ ਸਰਕਾਰ ਜਿਨ੍ਹਾਂ ਸਰਕਾਰਾਂ ਦੀ ਸਰਮਾਏਦਾਰ ਸਾਮਰਾਜਵਾਦੀ ਮੰਡੀਆਂ ਦੀ ਨੁਮਾਇੰਦਗੀ ਕਰਦਾ ਹੈ, ਇਹ ਪੰਜਾਬ ਦੇ ਲੋਕਾਂ ਨੂੰ ਉਹ ਘਰਾਣਿਆਂ ਦੇ ਅਧੀਨ ਕਰਨਾ ਚਾਹੁੰਦਾ, ਕਾਰਪੋਰੇਟ ਘਰਾਣਿਆਂ ਦੇ, ਜਿਨ੍ਹਾਂ ਨੇ ਇਹਨਾਂ ਨੂੰ ਮੋਟਾ ਦੇ ਵੇਲੇ ਲੱਖਾਂ ਰੁਪਏ, ਕਰੋੜਾਂ ਰੁਪਏ ਦੇ ਕੇ ਉਹਨੂੰ ਜਿਤਾਇਆ, ਔਰ ਸਾਰੇ ਮੀਡੀਆ ਦੇ ਵਿੱਚ ਉਹਨੂੰ ਖਰੀਦ ਕੇ ਖੱਬੇ ਮੋਦੀ, ਸੱਜੇ ਮੋਦੀ, ਉੱਤੇ ਮੋਦੀ, ਥੱਲੇ ਮੋਦੀ ਕਰਾਤਾ ਤੇ ਲੋਕਾਂ ਨੂੰ ਬੜੇ ਵੱਡੇ ਲੋਲੀਪੌਪ ਦੇ ਕੇ ਲੋਕਾਂ ਨੂੰ ਚੜ੍ਹਾ ਕੇ ਆਪਦੇ ਬਸ ਕਰਕੇ, ਔਰ ਇੱਥੇ ਉਹ ਪੰਜਾਬ ਦੇ ਹਿੰਦੁਸਤਾਨ ਦੇ ਵਿੱਚ ਰਾਜ ਸਥਾਪਿਤ ਕਰ ਲਿਆ। ਇਹਨਾਂ ਦਾ ਮੁੱਖ ਏਜੰਡਾ ਫਾਸੀਵਾਦ ਹੈ, ਔਰ ਹਿੰਦੂ ਇੱਕ ਰਾਸ਼ਟਰ, ਇੱਕ ਦੇਸ਼ ਪੈਦਾ ਕਰਨ ਦਾ ਹੈ। ਮੈਂ ਇਸ ਗੱਲ ਦੀ ਵਿਰੋਧਤਾ ਕਰਦਿਆਂ ਸੀ, ਕਿਉਂਕਿ ਹਿੰਦੁਸਤਾਨ ਹੈ ਜਿਹੜਾ, ਇਹ ਬਹੁਤ ਧਰਮੀ ਦੇਸ਼ ਹੈ, ਬਹੁਤ ਭਟਾਈ ਦੇਸ਼ ਹੈ। ਇੱਥੇ ਬਹੁਤ ਤਰ੍ਹਾਂ ਦੇ ਲੋਕ ਨੇ, ਇਸ ਕਰਕੇ ਇਹਨਾਂ ਦਾ ਇਹ ਏਜੰਡਾ ਅਸੀਂ ਹਰਗਿਜ਼ ਨਹੀਂ ਸਥਾਪਿਤ ਹੋਣ ਦੇਵਾਂਗੇ। ਇਹ ਚਾਹੁੰਦਾ ਇੱਥੇ ਵੀ ਅਮਰੀਕਾ ਦੇ ਕਹੇ ਤੋਂ ਇਹਨੂੰ ਸੰਸਾਰ ਮੰਡੀ ਦੇ ਵਿੱਚ ਖੋਲ੍ਹ ਦੇ ਅਤੇ ਇੱਥੇ ਕਾਰਪੋਰੇਟ ਘਰਾਣਿਆਂ ਨੂੰ ਇਹਦੀ ਆਪਣੇ ਸਥਾਪਿਤ ਕਰਨਾ ਚਾਹੁੰਦਾ ਉਹਨਾਂ ਨੂੰ। ਅਸੀਂ ਉਹਨਾਂ ਦੀ ਜਿਹੜੀ ਮਨਸਾ ਹੈ ਉਹ ਪੂਰੀ ਨਹੀਂ ਹੋਣ ਦੇਵਾਂਗੇ, ਕਿਉਂਕਿ ਜਿਹੜੇ ਕਿਸਾਨਾਂ ਦੇ ਉੱਤੇ ਲਾਗੂ ਹੋ ਰਿਹਾ ਹੈ ਇਹ ਬਿੱਲ, ਉਹਨਾਂ ਦੇ ਨਾ ਤਾਂ ਕਿਸੇ ਆਰਥਿਕ ਮਾਹਰ ਤੋਂ ਰਾਏ ਲਈ ਗਈ ਹੈ ਅਤੇ ਨਾ ਹੀ ਕਿਸਾਨਾਂ ਤੋਂ ਪੁੱਛਿਆ ਗਿਆ। ਲਾਗੂ ਤਾਂ ਇਹਨਾਂ ਲੋਕਾਂ 'ਤੇ ਹੋਣੇ ਨਾ, ਜਿਹੜੇ ਲੋਕਾਂ 'ਤੇ ਲਾਗੂ ਨੇ ਉਹ ਲੋਕ ਇਹਨੂੰ ਮਨਜ਼ੂਰ ਨਹੀਂ। ਭਾਵੇਂ ਲੱਖ ਗੁਣ ਗਾਈ ਜਾਣ ਵੀ ਸਾਡਾ ਜਿਹੜਾ ਆਰਡੀਨੈਂਸ ਜਾਂ ਜੋ ਬਿੱਲ ਨੇ ਬਹੁਤ ਚੰਗੇ ਨੇ। ਚੰਗੇ ਤਾਂ ਹੈ ਜੇ ਅਸੀਂ ਮਨਜ਼ੂਰ ਕਰੀਏ ਉਹਨਾਂ ਨੂੰ। ਅਸੀਂ ਉਹਨਾਂ ਨੂੰ ਮਨਜ਼ੂਰ ਹੀ ਨਹੀਂ ਕਰ ਰਹੇ। ਇਹ ਆਪਦੇ ਬੰਦਿਆਂ ਤੋਂ ਟੈਲੀਵਿਜ਼ਨ 'ਤੇ, ਪ੍ਰਿੰਟ ਮੀਡੀਆ 'ਤੇ ਸਾਰੇ ਦੇ ਉੱਤੇ ਪ੍ਰਚਾਰ ਕਰ ਰਿਹਾ ਵੀ ਇਹ ਉਹਨਾਂ ਨੂੰ ਲੋਕਾਂ ਨੂੰ ਕਨਵਿੰਸ ਕਰਨ ਵਾਸਤੇ, ਇਹ ਕਿਸਾਨਾਂ ਨੂੰ ਇਹ ਦੱਸਣ ਵਾਸਤੇ ਵੀ ਜਿਹੜਾ ਇਹ ਬਿੱਲ ਹੈ ਬਹੁਤ ਚੰਗਾ ਬਿੱਲ ਹੈ। ਅਸੀਂ ਕਹਿੰਦੇ ਹਾਂ ਵੀ ਇਹ ਬਿੱਲ ਸਾਡੇ ਨਾਲ ਡਿਸਕਸ ਕਰੇ, ਮੋਦੀ ਸਾਡੇ ਨਾਲ ਬਹਿ ਕੇ ਗੱਲ ਕਰੇ, ਕਿਸਾਨੀ ਨਾਲ ਬਹਿ ਕੇ ਗੱਲ ਕਰੇ। ਅਸੀਂ ਉਹਨੂੰ ਦੱਸਾਂਗੇ ਵੀ ਇਹ ਚੰਗਾ ਹੈ ਕਿ ਮਾੜਾ ਹੈ। ਇਹ ਕਿਉਂਕਿ ਜਿਨ੍ਹਾਂ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਕੇ ਇਹਨੂੰ ਚੰਗਾ ਕਹਾਉਣਾ ਚਾਹੁੰਦਾ ਹੈ, ਉਹ ਲੋਕ ਤਾਂ ਇਹਦੇ ਹੱਕ ਦੇ ਲੋਕ ਨੇ। ਉਹਨਾਂ ਲੋਕਾਂ ਜਾਵੇ ਜੋ ਮਨ ਕੀ ਬਾਤ ਕਰਦਾ ਹੈ, ਆ ਲੋਕਾਂ ਦੇ ਮਨ ਦੀ ਬਾਤ ਸੁਣੇ ਵੀ ਲੋਕ ਕੀ ਚਾਹੁੰਦੇ ਆ। ਜੇ ਇਹ ਚੰਗਾ ਬਿੱਲ ਹੋਵੇ ਤਾਂ ਅੱਜ ਪੰਜਾਬ ਦੇ ਨਹੀਂ, ਹਿੰਦੁਸਤਾਨ ਦੇ ਵਿੱਚ ਇਹ ਲੋਕ ਮੋਰਚਾ ਬਣ ਰਿਹਾ, ਲੋਕਾਂ ਦਾ ਮੋਰਚਾ ਬਣ ਰਿਹਾ, ਨਾ ਕਿ ਇਕੱਲੇ ਕਿਸਾਨਾਂ ਦਾ। ਇਹਦੇ ਵਿੱਚ ਹਰ ਇੱਕ ਤਬਕਾ, ਜਿਹੜਾ ਵਪਾਰੀ ਹੈ, ਮਜ਼ਦੂਰ ਹੈ, ਜੋ ਵੀ ਕਿਸੇ ਕਿੱਤੇ ਨਾਲ ਜੁੜਿਆ ਹੋਇਆ, ਆੜ੍ਹਤੀ ਹੈ, ਉਹ ਸਾਰਾ ਵਰਗ ਇਹ ਤੋਂ ਦੁਖੀ ਹੈ। ਇਸ ਕਰਕੇ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਸਰਕਾਰ ਨੂੰ ਵੀ ਇਹ ਜਿਹੜਾ ਬਿੱਲ ਨੇ ਅਸੀਂ ਹਰਗਿਜ਼ ਲਾਗੂ ਨਹੀਂ ਹੋਣ ਦੇਵਾਂਗੇ। ਔਰ ਸਾਡੀ ਜਿਹੜੀ ਜਥੇਬੰਦੀਆਂ ਦੇ 31 ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹ ਬਹੁਤ ਸੁਲਝੇ ਹੋਏ ਆਗੂ ਨੇ। ਉਹ ਸਮੇਂ-ਸਮੇਂ 'ਤੇ ਸਾਨੂੰ ਜੋ ਵੀ ਨਿਰਦੇਸ਼ ਦੇਣਗੇ ਅਸੀਂ ਉੱਤੇ ਪਹਿਰਾ ਦਿੰਦੇ ਹੋਏ ਇਹਨਾਂ ਬਿੱਲਾਂ ਦਾ ਮੂੰਹ ਤੋੜ ਜਵਾਬ ਦੇਵਾਂਗੇ ਔਰ ਇਹਨੂੰ ਲਾਗੂ ਨਹੀਂ ਹੋਣ ਦੇਵਾਂਗੇ। ਅੱਛਾ, ਤੇ ਜਿਹੜੀਆਂ ਸਿਆਸੀ ਪਾਰਟੀਆਂ ਨੇ ਜੀ, ਉਹ ਵੀ ਹੁਣ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਕੁੱਦ ਪਈਆਂ ਨੇ। ਅਕਾਲੀ ਦਲ ਨੇ ਵੀ
ਵਿਸ਼ਾਲ ਇੱਕ ਮਾਰਚ ਕੱਢਿਆ, ਟਰੈਕਟਰ ਮਾਰਚ ਕੱਢਿਆ ਤਿੰਨੇ ਤਖਤਾਂ ਤੋਂ, ਤੇ ਹੁਣ ਰਾਹੁਲ ਗਾਂਧੀ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਤਿਆਰੀਆਂ ਕਰ ਰਹੇ ਨੇ ਕਾਂਗਰਸ ਦੀ ਰੈਲੀ ਕੱਢਣ ਦੇ ਲਈ। ਤੁਸੀਂ ਉਹਨਾਂ ਦੇ ਸੰਘਰਸ਼ ਨੂੰ ਕਿਵੇਂ ਦੇਖਦੇ ਹੋ? ਮੈਂ ਪੰਜਾਬ ਕਿਸਾਨ ਯੂਨੀਅਨ ਗੋਰਾ ਸਿੰਘ ਭੈਣੀਵਾਗਾ, ਜਿਹੜੀਆਂ ਕਿਸਾਨਾਂ ਦਾ ਪੂਰੇ ਹਿੰਦੁਸਤਾਨ ਦੇ ਵਿੱਚ ਗੱਲ ਕਰੀਏ, ਪੂਰੇ ਪੰਜਾਬ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ। ਗੱਲ ਆਉਂਦੀ ਹੈ ਰਾਜਸੀ ਪਾਰਟੀਆਂ ਦੀ, ਮੈਨੂੰ ਇੱਕ ਸਮਝ ਨਹੀਂ ਆਉਂਦੀ ਕਿ ਰਾਹੁਲ ਗਾਂਧੀ ਪੰਜਾਬ ਦੇ ਵਿੱਚ ਆ ਰਹੇ ਨੇ, ਉਹ ਦਿੱਲੀ ਨੂੰ ਕਿਉਂ ਨਹੀਂ ਘੇਰਾ ਪਵਾਉਂਦੇ? ਉਹਦੀਆਂ ਕੁਝ ਰਾਜਾਂ ਦੇ ਵਿੱਚ ਸਰਕਾਰਾਂ ਨੇ। ਇਸੇ ਤਰ੍ਹਾਂ ਬਾਦਲ ਪਰਿਵਾਰ ਪਹਿਲਾਂ ਕਹਿੰਦਾ ਵੀ ਠੀਕ ਹੈ ਇਹ ਆਰਡੀਨੈਂਸ, ਜਦੋਂ ਲੋਕਾਂ ਦਾ ਵਿਰੋਧ ਉੱਠਿਆ, ਲੋਕ ਸੜਕਾਂ ਤੇ ਆਏ ਤਾਂ ਕਹਿੰਦਾ ਵੀ ਇਹ ਗਲਤ ਹੋਇਆ, ਅਸਤੀਫਾ ਦੇਤਾ। ਪਰ ਸ਼ਰਮ ਦੀ ਗੱਲ ਇਹ ਆ, ਲੈ ਤਾਂ ਲੱਸੀ ਲਿਜਾਣੀ ਪਿੰਡਾਂ 'ਚ ਕਹਿੰਦੇ ਵੀ ਲੈ ਬਲਣੀ ਲੁਕਾਉਣੀ, ਕਿਉਂਕਿ ਲੱਸੀ ਲਿਜਾਣੀ ਤੇ ਬਲਣੀ ਲੁਕਾਉਣੀ ਵਾਲਾ ਕੰਮ ਕਰ ਰਿਹਾ ਤੇ ਇਹ ਲੜਾਈ ਕਰ ਰਿਹਾ ਕੈਪਟਨ ਨਾਲ, ਅਕਾਲੀ ਦਲ ਆ ਜਿਹੜਾ। ਅਸੀਂ ਕਹਿੰਦੇ ਆ ਵੀ ਜੇ ਲੜਾਈ ਹੁਣ ਸਿਰਫ ਮੋਦੀ ਨਾਲ ਹੈ, ਸਮੁੱਚੇ ਦੇਸ਼ ਵਾਸੀਆਂ ਦੀ ਮਿਹਨਤਕਸ਼ ਲੋਕਾਂ ਦੀ, ਮੋਦੀ ਵੱਲ ਜਾ ਰਹੇ ਨੇ, ਮੋਦੀ ਨੂੰ ਘੇਰ ਰਹੇ, ਮੋਦੀ ਦੇ ਪਰਿਵਾਰ ਨੂੰ ਮੰਨ ਲਓ ਭੰਡ ਰਹੇ ਨੇ। ਬਾਦਲ ਕਾ ਲਾਣਾ ਇਕੱਲੇ ਕੈਪਟਨ ਨੂੰ ਭੰਡ ਰਿਹਾ। ਇਸ ਕਰਕੇ ਆਪ ਦਾ ਜਿਹੜਾ ਹਕੀਕੀ ਜ਼ਮੀਨ ਬਚਾਉਣ ਵਾਸਤੇ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਰਹਿ ਜੀਏ। ਦੇਖੋ ਲੋਕ ਆ ਜਿਹੜੇ ਕਦੇ ਮਾਫ ਨਹੀਂ ਕਰਨਗੇ। ਦੂਜੀ ਆ ਗਈ ਗੱਲ ਕੇਂਦਰ ਸਰਕਾਰ ਦੀ। ਕੇਂਦਰ ਸਰਕਾਰ ਨੂੰ ਅਸੀਂ ਮੋਦੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਆ ਵੀ ਤੈਥੋਂ ਇਹ ਬਿੱਲ ਮੰਗਿਆ ਕਿਹਨੇ ਹੈ, ਤੈਨੂੰ ਲਿਆਉਣ ਨੂੰ ਕਿਹਨੇ ਕਿਹਾ? ਵੀ ਜਿਹੜੇ ਹੁਣ ਕਹਿੰਦਾ ਵੀ ਕਿਸਾਨ ਗਮਰਾਹ ਹੋ ਗਏ, ਕਿਸਾਨ ਕਿਸੇ ਦੀ ਚੱਕ ਦੇ ਵਿੱਚ ਆ ਗਏ। ਉਹ ਜਿਹਨੇ 70 ਸਾਲ ਹੋ ਗਏ ਖੇਤੀ ਕਰਦਿਆਂ ਨੂੰ, ਜਿਹਨੇ ਲੱਖਾਂ ਕਰੋੜਾਂ ਮਨ ਅੰਨ ਪੈਦਾ ਕਰਤਾ, ਦੁੱਧ ਪੈਦਾ ਕਰਤਾ, ਸਬਜ਼ੀਆਂ ਪੈਦਾ ਕਰਤੀਆਂ, ਉਹ ਕਿਸੇ ਦੇ ਗਮਰਾਹ ਕੀ ਹੋ ਜਾਣਗੇ? ਉਹ ਕੌਣ ਗਮਰਾਹ ਕਰ ਲੂ ਉਹਨਾਂ ਨੂੰ? ਇਸ ਕਰਕੇ ਵੀ ਤੈਨੂੰ ਇਹ ਆਰਡੀਨੈਂਸ ਜਿਹੜਾ ਲਿਆਉਣ ਨੂੰ ਕਹੀ ਨਹੀਂ ਸੀਗਾ, ਫਿਰ ਤੂੰ ਕਹਿ ਸਕਦਾ ਮੈਂ ਇਹਨਾਂ ਨੇ ਮੰਗ ਕੀਤੀ ਮੈਂ ਲਿਆਂਦਾ, ਹੁਣ ਗਲਤ ਮੰਨਦੇ ਆ। ਅਸੀਂ ਕਹਿੰਦੇ ਆ ਇਹ ਕਿਸਾਨਾਂ ਦੀ ਮੌਤ ਦੇ ਵਾਰੰਟ ਨੇਗੇ ਜਿਹੜੇ ਲਿਆਂਦਾ, ਕਿਉਂਕਿ ਪਹਿਲਾਂ ਵੀ ਇੱਥੇ ਦੇਖਿਆ ਹੋਰ ਰਾਜਾਂ ਦੇ ਵਿੱਚ ਮੈਂ ਗਿਆ, ਉੱਥੇ ਪ੍ਰਾਈਵੇਟ ਸਿਸਟਮ ਹੈ, ਸਾਰਾ ਬੋਲੀ ਕਰਦੇ ਆ। ਇਹ ਕਹਿੰਦੇ ਵੀ ਪ੍ਰਾਈਵੇਟ ਮੰਨ ਲਓ ਬੋਲੀ ਵਾਲਾ ਆਊਗਾ, ਮੌਜ ਨਾਲ ਤੁਹਾਡਾ ਸਿੱਧਾ ਸੌਦਾ ਹੋ ਜਾਊਗਾ। ਸਾਨੂੰ ਪਤਾ ਹੈ ਜਿਹੜੇ ਅਸੀਂ ਮਿਹਨਤ ਕਰਨ ਵਾਲੇ ਲੋਕ ਆ, ਲੰਮੇ ਸਮੇਂ ਤੋਂ ਪ੍ਰਾਈਵੇਟ ਇੱਕ ਆੜਤੀਏ ਦੇ ਜੇ ਅਸੀਂ ਪੈਸੇ ਦੇਣੇ ਆ, ਦੂਜੇ ਆੜਤੀਏ ਦੇ ਫਸਲ ਨਹੀਂ ਸਿੱਟਣ ਦਿੰਦਾ। ਉਹ ਪਹਿਲਾਂ ਕਹਿੰਦਾ ਉਹਦੇ ਨਾਲ ਨਿਮੇੜ ਕੇ ਆ, ਫਿਰ ਤੈਨੂੰ ਫਸਲ ਸਿੱਟਿਆਵਾਂਗੇ। ਇਸੇ ਤਰ੍ਹਾਂ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹ ਭੱਜ ਜਾਣਗੀਆਂ, ਪੈਸੇ ਸਾਡੇ ਉਹਨਾਂ 'ਚ ਫਸੇ ਰਹਿਣਗੇ। ਇਹ ਕਹਿੰਦੇ ਵੀ ਬਹੁਤ ਲਾਹੇਵੰਦ ਹੋਊਗਾ। ਆਹ ਦੇਖ ਲੈਣ ਗੰਨਾ ਮਿੱਲ ਵਾਲਿਆਂ ਵੱਲ, ਗੰਨਾ ਕਿਸਾਨਾਂ ਦਾ 3 ਸਾਲ ਦਾ 4 ਸਾਲ ਦਾ ਪੈਸਾ ਖੜਾ, ਅਰਬਾਂ ਰੁਪਈਆ ਕਰੋੜਾਂ ਰੁਪਈਆ ਕਿਸਾਨ ਮਾਰੇ ਫਿਰਦੇ ਐ, ਧਰਨੇ ਲਾ ਕੇ ਪੈਸੇ ਮੰਗਦੇ ਨੇ। ਇੱਥੇ ਤਾਂ ਸਾਨੂੰ ਫਸਲਾਂ ਵੇਚਣੀਆਂ ਪੈਣਗੀਆਂ। ਇਸ ਕਰਕੇ ਮੋਦੀ ਨੂੰ ਭੁਲੇਖਾ ਹੈ ਕਿ ਇਹ 4 ਦਿਨ ਸੜਕਾਂ ਤੇ ਬਹਿ ਕੇ, ਗੱਡੀਆਂ ਦੀਆਂ ਲਾਈਨਾਂ ਤੇ ਬਹਿ ਕੇ ਘਰੇ ਵਗ ਜਾਣਗੇ। ਇਹ ਲੋਕ ਹੈ ਜਿਹੜੇ ਇਹ ਹੁਣ ਪਹਿਲਾਂ 47 ਦੇ ਵਿੱਚ ਦੇਖਿਆ ਯੁੱਧ ਇਹਨਾਂ ਨੇ, ਹੁਣ ਫੇਰ ਇਹ ਮੰਨ ਲਓ ਜਿਹੜੀ ਹੈ ਜੰਗ ਹੈ ਇਹ ਕਿਸਾਨਾਂ ਦੀ ਫਸਲਾਂ ਦੇ ਤੌਰ ਤੇ ਜਾਰੀ ਰਹੂਗੀ। ਇੱਥੋਂ ਦੀਆਂ ਸਰਕਾਰਾਂ ਚਾਹੇ ਰਾਜਸੀ ਪਾਰਟੀਆਂ ਨੇ ਉਹ ਭੁਲੇਖਾ ਕੱਢ ਦੇਣਗੇ ਵੀ ਕਿਸਾਨਾਂ ਨੂੰ ਅਸੀਂ ਐਂ ਉਹ ਕਰ ਲਾਂਗੇ। ਜੇਕਰ ਤੁਹਾਡੇ ਸੰਘਰਸ਼ ਦੇ ਵਿੱਚ ਕੋਈ ਰਾਜਸੀ ਲੀਡਰ ਆਉਂਦਾ ਹੈ, ਉਹ ਕਹਿੰਦਾ ਕਿ ਉਹ ਤੁਹਾਡੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਸੰਘਰਸ਼ ਕਰ, ਤੁਸੀਂ ਉਸ ਨੂੰ ਆਪਣੇ ਸੰਘਰਸ਼ ਦੇ ਵਿੱਚ ਬਿਠਾਓਗੇ? ਹਾਂ, ਥੱਲੇ ਬੈਠੇ ਹੋ ਜਿਵੇਂ ਆਮ ਜਨਤਾ ਬੈਠੀ ਹੈ ਸਾਡੇ, ਉਹ ਬਹਿ ਕੇ ਸੁਣੇ। ਉਹ ਝੰਡਾ ਨਹੀਂ ਲਿਆ ਸਕਦਾ ਉਹਦਾ ਪਾਰਟੀ ਦਾ, ਉਹ ਮੰਨ ਲਾ ਕੋਈ ਬੈਨਰ ਨਹੀਂ ਲਾ ਸਕਦਾ। ਉਹ ਜੇ ਕਿਸਾਨ ਬਣ ਕੇ ਆਉਂਦਾ ਤਾਂ ਬੈਠੇ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਉਹਨੂੰ ਬੋਲਣ ਦਾ ਟਾਈਮ ਨਹੀਂ ਮਿਲੂਗਾ। ਕਿਉਂਕਿ ਜੋ ਉਹ ਅਸੀਂ 25 ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਉਸਨੇ ਅੱਡੋ-ਅੱਡੀ ਮੰਨ ਲਓ ਲਾ ਕੇ ਸਟੇਜਾਂ ਉੱਥੇ ਉਹ ਕਰੇ ਨੇ। ਫਿਰ ਅਸੀਂ 1 ਤਰੀਕ ਤੋਂ ਗੱਡੀਆਂ ਦਾ ਲੈਣਾ ਦਾ ਅਸੀਂ ਕੀਤਾ ਹੈਗਾ ਵੀ ਲੈਣਾ ਰੋਕਣੀਆਂ, ਤਾਂ ਕੋਈ ਚੰਡੀਗੜ੍ਹ ਨੂੰ ਚੱਲ ਪਿਆ। ਇਸ ਕਰਕੇ ਹੁਣ ਮੈਨੂੰ ਲੱਗਦਾ ਕਾਂਗਰਸ ਵਾਲੇ ਵੀ ਇਹੀ ਕੁਛ ਕਰ ਰਹੇ ਹੈ। ਅਸੀਂ ਕਹਿਣਾ ਵੀ ਜਿਹੜੇ ਲੋਕ ਆ ਤੁਹਾਨੂੰ ਵੋਟਾਂ ਪਾਉਂਦੇ ਨੇ, ਉਹਨਾਂ ਨੂੰ ਕੁਛ ਨੂੰ ਤੁਸੀਂ ਇੱਧਰ ਲਈ ਜਾਂਦੇ ਹੋ, ਕੁਛ ਨੂੰ ਕੋਈ ਕਿਧਰੇ ਲਈ ਜਾਂਦਾ ਹੈ। ਉਹਨਾਂ ਨੂੰ ਕਹੋ ਵੀ ਸਾਡੀ ਬੇਨਤੀ ਹੈ ਤੁਸੀਂ ਕਿਸਾਨਾਂ ਦੇ ਵਿੱਚ ਜਾ ਕੇ ਬੈਠੋ, ਉਹਨਾਂ ਦੇ ਪਰਿਵਾਰ ਆ ਕੇ ਬੈਠਣ। ਕੈਪਟਨ ਨਹੀਂ ਬਹਿ ਸਕਦਾ, ਉਹਦੇ ਰਿਸ਼ਤੇਦਾਰ ਬਹਿ ਸਕਦੇ ਆ। ਬਾਦਲ ਨਹੀਂ ਬਹਿ ਸਕਦਾ, ਸਾਡੇ ਬਰਾਬਰ ਉਹਦੇ ਰਿਸ਼ਤੇਦਾਰ ਬਹਿ ਸਕਦੇ, ਉਹਦੇ ਵਰਕਰ ਬਹਿ ਸਕਦੇ ਆ। ਕਿਉਂ ਬੁੱਧੂ ਬਣਾਈ ਜਾਂਦੇ ਲੋਕਾਂ ਨੂੰ ਉਹ? ਇਸ ਕਰਕੇ ਸਾਰੇ ਭਲੀ ਭਾਤ ਜਾਣ ਨੇ। ਅੱਗੇ ਤਾਂ ਵੋਟਾਂ ਲੈ ਜਾਂਦੇ ਸੀ, 5 ਸਾਲਾਂ ਬਾਅਦ ਲੋਕ ਭੁੱਲ ਜਾਂਦੇ ਸੀ। ਹੁਣ ਆ ਜਿਹੜਾ ਮੀਡੀਆ ਚੱਲ ਰਿਹਾ ਹੈਗਾ, ਸੋਸ਼ਲ ਮੀਡੀਆ ਜਾਂ ਹੋਰ, ਇਹ ਲੋਕ ਜਿਹੜੀ ਗੱਲ ਕਹੀਤੀ ਉਹ ਦੇਣੀ ਪਊਗੀ ਤੇ ਲੋਕ ਸਵਾਲ ਕਰਦੇ ਰਹਿਣਗੇ। ਇਹ ਇਹਨਾਂ ਨੂੰ ਭੁਲੇਖਾ ਵੀ ਅਸੀਂ ਖਣੀ ਲੋਕਾਂ ਨੂੰ ਗੁੰਮਰਾਹ ਕਰਕੇ ਬੁੱਧੂ ਬਣਾ ਕੇ ਅਸੀਂ ਵੀ ਵੋਟਾਂ ਲੈਂਦੇ ਰਹੇ। ਅੱਛਾ, ਵੀ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਹੁਣ ਧਰਨਿਆਂ ਦੇ ਵਿੱਚ ਸ਼ਾਮਲ ਹੋ ਰਹੇ ਨੇ, ਸੰਘਰਸ਼ ਦੇ ਵਿੱਚ ਆ ਰਹੇ ਨੇ, ਸਿੰਗਰ ਵੀ ਆ ਰਹੇ ਨੇ, ਉਹਨਾਂ ਦੇ ਸੰਘਰਸ਼ ਨੂੰ ਕਿਵੇਂ ਦੇਖਦੇ ਹੋ? ਸਹੀ ਮੰਨਦੇ ਹੋ? ਦੇਖੋ ਜਿਹੜਾ ਨੌਜਵਾਨਾਂ ਦਾ ਸਾਨੂੰ ਬਹੁਤ ਹੀ ਖੁਸ਼ੀ ਹੈ ਉਹ 'ਤੇ,
ਜਦੋਂ ਪਿੰਡਾਂ ਜਾਂਦੇ ਆ ਪਹਿਲਾਂ ਕੋਈ 60-70 ਸਾਲ ਦੇ ਬਜ਼ੁਰਗ ਨੂੰ ਕਹਿੰਦੇ ਤੂੰ ਵਿਹਲਾ ਬੈਠਾ ਹੈ, ਤੂੰ ਧਰਨੇ ਤੇ ਵਗ ਜਾ, ਕਿਉਂ ਆਪਾਂ ਨਹੀਂ ਲਾਂਭਾ ਦੇਣਗੇ ਪਿੰਡ ਵਾਲੇ। ਇਸ ਕਰਕੇ ਉਹ ਤਾਂ ਜਾਂਦੇ ਹੀ ਜਾਂਦੇ ਆ, ਉਹਨਾਂ ਦੀ ਦੇਣ ਆ, ਅਸੀਂ ਜੇ ਖੜੇ ਆ ਬਜ਼ੁਰਗਾਂ ਦੀ ਪੁਰਾਣਿਆਂ ਦੀ। ਇਸ ਕਰਕੇ ਉਸ ਤੋਂ ਬਾਅਦ ਜਿਹੜੀ ਆ ਗਈ ਨੌਜਵਾਨੀ, ਮੈਂ ਕਹਿੰਦਾ ਵੀ ਸ਼ੁਭ ਸ਼ਗਨ ਹੈ। ਜਿਹੜੇ ਨੌਜਵਾਨ ਹੈ ਮਾੜੇ ਪਾਸੇ ਨਹੀਂ ਜਾਣਗੇ, ਉਹ ਘੱਟੋ ਘੱਟ ਚੰਗੀਆਂ ਗੱਲਾਂ ਸੁਣਨਗੇ, ਉਹ ਬੋਲਣ ਵੀ ਸਿੱਖ ਗਏ, ਉਹ ਫਿਰ ਲੜਨ ਵੀ ਸਿੱਖਣਗੇ। ਨਹੀਂ ਤਾਂ ਉਹ ਕਰਾਹੇ ਪੈ ਚੁੱਕੀ ਸਾਡੀ ਨੌਜਵਾਨੀ ਹੈ ਜਿਹੜੀ। ਇਸ ਕਰਕੇ ਉਹ ਕੱਲੀਆਂ ਦਰੀਆਂ ਵਸਵਾਉਂਦੇ ਸੀ। ਰਾਜਸੀ ਲੋਕ ਨੇ ਜਿਹੜੇ ਆਪਦੇ ਧਰਨਿਆਂ 'ਚ ਲੈ ਜਾਂਦੇ ਸੀ, ਬੱਸਾਂ ਭਰ ਕੇ ਲੈ ਜਾਂਦੇ ਸੀ, ਸ਼ਾਮ ਨੂੰ ਬੋਤਲਾਂ ਫੜਾਉਂਦੇ ਸੀ ਦਾਰੂ ਦੀਆਂ, ਬਸ ਇੱਥੋਂ ਤੱਕ ਸੀਮਿਤ ਸੀਗੇ। ਉਸ ਤੋਂ ਬਾਅਦ ਵੋਟਾਂ ਪਵਾ ਲੈਂਦੇ 5 ਸਾਲਾਂ ਬਾਅਦ। ਹੁਣ ਕੀ ਆ, ਨੌਜਵਾਨੀ ਆ ਜਿਹੜੀ ਸਾਡੇ 'ਚ ਆਉਂਦੀ ਹੈ, ਉਹ ਆਪਦੇ ਹੱਕ ਪ੍ਰਾਪਤ ਕਰਨ ਵਾਸਤੇ ਆਉਂਦੀ ਹੈ। ਉਹ ਬੋਲਣ ਸਿੱਖਦੇ ਆ ਸਟੇਜ ਤੇ। ਉਹਨਾਂ ਨੂੰ ਅਸੀਂ ਸੇਧ ਦਿੰਦੇ ਆ ਵੀ ਸ਼ਾਂਤਮਈ ਤਰੀਕੇ ਦੇ ਨਾਲ ਹੈ ਜਿਹੜੀਆਂ ਆਪਣੀਆਂ ਮੰਗਾਂ, ਆਪਣੀ ਫਸਲ ਇਸ ਤਰ੍ਹਾਂ ਰੁਲਣੀ ਹੈ, ਆਪਣਾ ਦੁੱਧ ਇਸ ਤਰ੍ਹਾਂ ਰੁਲਣਾ ਹੈ, ਆਪਾਂ ਨੂੰ ਜਿਹੜਾ ਮਹਿੰਗਾ ਮਿਲ ਰਿਹਾ ਹੈ ਇਹ ਇਸ ਕਰਕੇ ਮਿਲ ਰਿਹਾ ਵੀ ਇਹ ਪ੍ਰਾਈਵੇਟ ਹੈ, ਤਾਂ ਉਹਨਾਂ ਨੂੰ ਅਸੀਂ ਸੇਧ ਦੇ ਰਹੇ ਹਾਂ। ਇਹ ਬਹੁਤ ਵਧੀਆ। ਦੂਜਾ ਆ ਗਿਆ ਸਿੰਗਰਾਂ ਦਾ। ਕੁਝ ਸਿੰਗਰ ਨੇ ਜਿਹੜੇ ਕਲਾਕਾਰ ਨੇ ਉਹ ਸਾਡੇ ਧਰਨਿਆਂ ਦੇ ਵਿੱਚ ਆਏ ਨੇ, ਉਹਨਾਂ ਨੂੰ ਟਾਈਮ ਵੀ ਦਿੱਤਾ, ਉਹ ਕਿਸਾਨੀ ਤੇ ਗੀਤ ਗਾ ਕੇ ਗਏ ਨੇ, ਠੀਕ ਹੈ। ਕੁਝ ਕਲਾਕਾਰ ਨੇ ਉਹਨਾਂ ਨੂੰ ਸਮਝ ਸੀਗੀ, ਚਾਹੇ ਉਹ ਸਰਕਾਰ ਨੇ ਲਵਾਤਾ ਉਹਨਾਂ ਦਾ, ਚਾਹੇ ਕਿਸੇ, ਮੈਂ ਉਹ 'ਤੇ ਬੜਾ ਨਿਗਾਹ ਉਹ ਕਰੂੰਗਾ ਵੀ ਉਹ ਬੇਨਤੀ ਕਰਦਾ ਉਹਨਾਂ ਨੂੰ ਵੀ ਜਿਹੜੇ ਬਾਹਰ ਰਹਿ ਗਏ ਸਿੰਗਰ ਹੈ, ਕੋਈ ਵੀ ਹੈ, ਉਹ ਕਲਾਕਾਰ ਹੈ, ਛੋਟਾ ਹੈ ਵੱਡਾ ਹੈ, ਠੀਕ ਹੈ, ਉਹ ਵੀ ਧਰਨਿਆਂ ਦੇ ਵਿੱਚ ਆ ਕੇ ਬੈਠਣ, ਠੀਕ ਹੈ। ਮੰਨ ਲਓ ਲੋਕਾਂ ਨੂੰ ਦਿਖਾਉਣ ਵੀ ਅਸੀਂ ਵੀ ਤੁਹਾਡੇ ਨਾਲ ਆ, ਪਰ ਜੇ ਉਹ ਵੱਖਰਾ ਕਰਨਗੇ ਤਾਂ ਲੋਕਾਂ ਨੂੰ ਦਿੰਦਾ ਹੀ ਹੈ। ਅੱਛਾ, ਤੇ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਹੁਣ ਆ ਗਏ, ਤੁਹਾਨੂੰ ਵੀ ਇਸ ਗੱਲ ਦੀ ਖੁਸ਼ੀ ਹੈ, ਪਰ ਕਈ ਵਾਰੀ ਜਥੇਬੰਦੀਆਂ ਦੇ ਜਿਹੜੇ ਆਗੂ ਹੁੰਦੇ ਨੇ ਉਹ ਕਿਤੇ ਵੇਚ ਜਾਂਦੇ ਨੇ। ਇਹ ਪਹਿਲਾਂ ਵੀ ਹੁੰਦਾ ਰਿਹਾ, ਸੰਘਰਸ਼ ਠੰਡਾ ਪੈਂਦਾ ਰਿਹਾ, ਇਸ ਵਾਰ ਤਾਂ ਨਹੀਂ ਇਸ ਤਰ੍ਹਾਂ ਹੋਊਗਾ ਤਾਂ ਕਿਤੇ ਨੌਜਵਾਨਾਂ ਦਾ ਭਰੋਸਾ ਫਿਰ ਤੋਂ ਜਥੇਬੰਦੀਆਂ ਤੋਂ ਉੱਠ ਜਾਵੇ। ਦੇਖੋ, ਮੈਂ ਆਪਦੇ ਪਿੰਡ 'ਚੋਂ ਗੋਰਾ ਸਿੰਘ ਭੈਣੀ ਬਾਗਾ ਆਉਂਦਾ ਹੁੰਦਾ ਕੱਲਾ, ਜੇ ਮੇਰੇ ਨਾਲ ਨਾ ਪਿੰਡ 'ਚੋਂ ਤੁਰੂਗਾ ਗੋਰਾ ਬਹੁਤ ਕੁਝ ਕਰੂਗਾ ਬਾਹਰ ਜਾ ਕੇ। ਜਦੋਂ ਮੇਰੇ ਨਾਲ ਸਾਰੇ ਪਿੰਡ ਵਾਂਗੂ ਤੁਰ ਪਿਆ, ਇੱਧਰਲਾ ਗਲਾਵਾਂ ਫੜੂਗਾ, ਇੱਧਰਲਾ ਗਲਾਵਾਂ ਫੜੂ, ਜਿਵੇਂ ਬਲਦ ਦੀ ਨੱਥ ਫੜ ਕੇ ਤੋਰਦੇ ਹੁੰਦੇ ਸੀ, ਸਿੱਧੇ ਉਰੇ ਤੇ ਲਾ ਲੈਂਦੇ ਸੀ। ਇਹ ਜਿਹੜੇ ਨੌਜਵਾਨ ਹੈ, ਅਸੀਂ ਜਿਹੜੇ ਆਗੂ ਆ, ਲੜਦੇ ਆ ਲੰਮੇ ਸਮੇਂ ਤੋਂ, ਉਹਨਾਂ ਨੂੰ ਕਿਸੇ ਪਾਸੇ ਨਹੀਂ ਜਾਣ ਦੇਣਗੇ, ਨਾ ਵਿਕਣ ਦੇਣ, ਨਾ ਉਹਨਾਂ ਨੂੰ ਮੰਨ ਲਓ ਗਲਤ ਲਾਈਨ ਤੇ ਚੜ੍ਹਨ ਦੇਣ। ਇਹ ਲੋਕ ਹੀ ਨੇ, ਲੋਕ ਵੋਟ ਪਾ ਕੇ ਤਖਤ ਤੇ ਬਹਾ ਸਕਦੇ ਨੇ, ਤੇ ਲੀਡਰ ਤਾਂ ਗੱਲ ਹੀ ਕੀ ਹੈ ਕਿਸਾਨਾਂ ਦੀ, ਜਿੱਧਰ ਮਰਜ਼ੀ ਲਾਉਣ ਉਹਨਾਂ ਨੂੰ, ਠੀਕ ਹੈ। ਜਦੋਂ ਲੋਕ ਸਾਥ ਛੱਡ ਗਏ, ਇਕੱਲੇ ਲੀਡਰ ਰਹਿ ਗਏ, ਫਿਰ ਉਹ ਆਪਦੀਆਂ ਮਨਮਰਜ਼ੀਆਂ ਵੀ ਕਰ ਸਕਦੇ। ਇਸ ਕਰਕੇ ਨੌਜਵਾਨ ਆ ਜਿਹੜੀ ਪੀੜ੍ਹੀ, ਉਹ ਇਹਨਾਂ ਨੂੰ ਸਿੱਧਾ ਕਰੂਗੀ। ਲੀਡਰ ਕੋਈ ਮਾੜਾ ਨਹੀਂ ਹੁੰਦਾ, ਪਰ ਜਦੋਂ ਉਹਦਾ ਸਾਥ ਛੱਡ ਜਾਂਦੇ ਆ ਉਦੋਂ ਆਪਦੀ ਹਿੰਮਤ ਹਾਰ ਕੇ ਦੇਖ ਕੇ ਬਹਿ ਜਾਂਦਾ। ਅੱਛਾ ਮਾਸਟਰ ਜੀ, ਆਖਰੀ ਸਵਾਲ, ਕਈ ਜਿਹੜੇ ਬੁੱਧੀਜੀਵੀ ਨੇ ਜਿਹੜੇ ਸਰਕਾਰ ਦੇ ਖਿਲਾਫ ਬੋਲਦੇ ਨੇ, ਸਰਕਾਰ ਉਹਨਾਂ ਨੂੰ ਫੜ ਕੇ ਜੇਲ੍ਹਾਂ 'ਚ ਪਾ ਦਿੰਦੀ ਹੈ, ਤੁਹਾਡੇ ਮਨ 'ਚ ਤਾਂ ਨਹੀਂ ਕੋਈ ਡਰ ਹੋ ਸਕਦਾ ਕੱਲ੍ਹ ਨੂੰ ਤੁਹਾਨੂੰ ਵੀ ਫੜ ਕੇ ਜੇਲ੍ਹ 'ਚ ਲੈ ਜਾਣ? ਦੇਖੋ ਜੀ, ਮੈਂ ਮਾਸਟਰ ਸੁਖਦੇਵ ਸਿੰਘ ਆਤਰਾ ਜਮਹੂਰੀ ਕਿਸਾਨ ਸਭਾ ਸਰਪ੍ਰਸਤ ਹਾਂ। ਮੈਨੂੰ ਬਿਲਕੁਲ ਹੀ ਕੋਈ ਡਰ ਨਹੀਂ, ਨਾ ਹੀ ਮੈਂ ਕੋਈ ਬੁੱਧੀਜੀਵੀ ਜਿਹੜਾ ਬੋਲਦਾ ਹੈ। ਜਦੋਂ ਗੋਰਕੀ ਦਾ ਨਾਵਲ ਹੈ, ਜਦੋਂ ਉਖਲੀ ਸਿਰ ਦੇ ਲਿਆ, ਮੂਹਰਿਆਂ ਤੋਂ ਨਹੀਂ ਡਰਦੀ। ਅਸੀਂ ਹਰ ਇੱਕ ਕੁਰਬਾਨੀ ਕਰ ਲੂੰ, ਹਰ ਵੇਲੇ ਤਿਆਰ ਰਹਾਂਗੇ। ਮੇਰਾ ਖਿਆਲ ਹੈ ਜਿਹੜੇ ਬੁੱਧੀਜੀਵੀ ਅੰਦਰ ਗਏ ਨੇ ਉਹ ਵੀ ਲੋਕਾਂ ਦੀ ਆਵਾਜ਼ ਕਰਕੇ ਹੀ ਗਏ ਨੇ, ਤੇ ਅਸੀਂ ਵੀ ਇਸ ਕਰਕੇ ਬੁੱਧੀਜੀਵੀ ਹਾਂ, ਜਿਹੜੇ ਲੋਕ ਆ, ਜਿਹੜੇ ਲੜਨ ਵਾਲੇ ਲੋਕ ਆ, ਉਹਨਾਂ ਨੂੰ ਸਰਕਾਰ ਦੀਆਂ ਕਿਸੇ ਵੀ ਮਤਲਬ ਤਸ਼ੱਦਦ ਤੋਂ ਅਸੀਂ ਬਿਲਕੁਲ ਨਹੀਂ ਘਬਰਾਉਂਦੇ। ਸਾਨੂੰ ਭਾਵੇਂ ਅੱਜ ਕੁਛ ਕਰ ਦੇਣ, ਕੱਲ੍ਹ ਆਹ ਕਿਸਾਨੀ ਪਿੱਛੇ, ਆਹ ਲੋਕਾਂ ਪਿੱਛੇ ਜੇ ਸਾਡੀਆਂ ਕੁਰਬਾਨੀਆਂ, ਸਾਡੀਆਂ ਲੇਖੇ ਲੱਗਣਗੀਆਂ, ਅਸੀਂ ਤਾਂ ਬੜੇ ਖੁਸ਼ ਹੋਵਾਂਗੇ। ਅਸੀਂ ਬਿਲਕੁਲ ਨਹੀਂ ਡਰਦੇ। ਸਰਕਾਰ ਭਾਵੇਂ ਸਾਡੇ ਤੇ ਕਿਸੇ ਕਿਸਮ ਦੇ ਲਾਈ ਜਾਂਦੇ, ਬੜੇ ਐਕਟ ਲਾਈਏ, ਆਪਾਂ ਲਾ ਲਿਆ, ਫਰੋਲ ਹੋਰ ਲਾ ਲਿਆ, ਜਿੰਨੇ ਵੀ ਪਹਿਲਾਂ ਕਾਨੂੰਨ ਬਣੇ ਨੇ। ਮੈਂ ਸਾਰੀ ਜ਼ਿੰਦਗੀ ਮਾਸਟਰਾਂ ਦਾ ਵੀ ਆਗੂ ਰਿਹਾ ਤੇ ਹੁਣ ਵੀ ਮੈਂ ਕਿਸਾਨਾਂ ਦਾ ਆਗੂ ਹਾਂ। ਮੇਰੇ ਤੇ ਕਈ ਵਾਰ ਜੇਲ੍ਹਾਂ ਵੀ ਕੱਟੀਆਂ ਨੇ, ਅਸੀਂ ਬਹੁਤ ਕੁਛ, ਸਾਡੇ ਤੇ ਤਸ਼ੱਦਦ ਵੀ ਹੋਇਆ, ਡਾਂਗਾਂ ਵੀ ਖਾਧੀਆਂ ਨੇ, ਮਤਲਬ ਜੇਲ੍ਹਾਂ ਦੇ ਵਿੱਚ ਵੀ ਸਾਡੇ ਤੇ ਪਟਿਆਲੇ ਜੇਲ੍ਹ ਦੇ ਵਿੱਚ ਪੂਰੀ ਤਰ੍ਹਾਂ ਲਾਠੀ ਚਾਰਜ ਹੋਇਆ। ਸਾਨੂੰ ਮਤਲਬ ਜਿਹੜੇ ਬਾਰਡ ਸੀ ਅਣਘੱਟ ਟੰਬਿਆਂ ਨਾਲ ਕੁੱਟਿਆ ਗਿਆ। ਅਸੀਂ ਉਦੋਂ ਨਹੀਂ ਡਰੇ, ਹੁਣ ਅਸੀਂ ਬਿਲਕੁਲ ਨਹੀਂ ਡਰਨ ਵਾਲੇ, ਹੁਣ ਤਾਂ ਪੱਕ ਚੁੱਕੇ ਹਾਂ। ਅਸੀਂ ਮਤਲਬ ਕਿਹੜੇ ਬੁੱਧੀਜੀਵੀ ਲੋਕ ਹਾਂ, ਇਹ ਵਿਚਾਰਧਾਰਾ ਨਾਲ ਆਉਂਦੇ ਹਾਂ ਔਰ ਸਾਡੇ ਵਿਚਾਰਧਾਰਾ ਨਾਲ ਜੁੜੇ ਹੋਏ ਹਾਂ। ਅਸੀਂ ਥੜਕਣ ਵਾਲੇ ਲੋਕ ਹੀ ਨਹੀਂ ਹਾਂ, ਅਸੀਂ ਆਉਣੇ ਹੀ ਇਸ ਕਰਕੇ ਵਿਚਾਰ ਬਣਾ ਕੇ ਆਉਂਦੇ ਹਾਂ। ਅਸੀਂ ਕੋਈ ਭਾਵੁਕ ਹੋ ਕੇ ਤਾਂ ਇਹ ਲਹਿਰਾਂ 'ਚ ਆਏ ਨਹੀਂ, ਅਸੀਂ ਆਇਆ ਭਾਵੁਕ ਹੋ ਕੇ ਨਹੀਂ ਆਏ, ਅਸੀਂ ਵਿਚਾਰ ਬਣਾ ਕੇ ਆਏ ਹਾਂ ਜਥੇਬੰਦੀਆਂ ਲਈ ਔਰ ਲੋਕਾਂ ਦੇ ਘੋਲਾਂ ਲਈ, ਲੋਕ ਲਹਿਰਾਂ ਦੇ ਲਈ। ਲੋਕਾਂ ਦੇ ਘੋਲ ਜਿੰਨੇ ਵੀ ਕਿਤੇ ਹੋਣਗੇ, ਤਸ਼ੱਦਦ ਹੋਵੇ, ਕੁਛ ਹੋਵੇ, ਅਸੀਂ ਮੂਹਰੇ ਹੋ ਕੇ ਲੜਾਂਗੇ ਔਰ ਬਿਲਕੁਲ ਪਿੱਛੇ ਨਹੀਂ ਹਟਾਂਗੇ। ਸੰਘਰਸ਼ ਵਿੱਢ ਲੈ ਗਿਆ ਜੀ, ਨੌਜਵਾਨ ਵੀ ਆ ਰਹੇ ਨੇ, ਹਰ ਵਰਗ ਜਿਹੜਾ ਉਹ ਵੀ ਕੁੱਦ ਪਿਆ ਆ, ਚਾਹੇ ਉਹ ਕਿਸੇ ਵੀ ਖੇਤੀ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਸੰਬੰਧ ਰੱਖਦਾ। ਹੁਣ ਕੀ ਹੱਲ ਹੈ, ਕੀ ਲੱਗਦਾ ਕੀ ਬਣੂ? ਵੇਖੋ ਜੀ, ਮੈਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਜ਼ਿਲ੍ਹਾ ਪ੍ਰਧਾਨ ਮਾਨਸਾ ਮਲੂਕ ਸਿੰਘ ਹੀਰਕੇ ਬੋਲ, ਕਿਉਂਕਿ ਅੱਜ ਜਿਹੜੀ ਸਰਕਾਰ ਨੇ
ਕਾਲੇ ਕਾਨੂੰਨ ਲਿਆ ਕੇ ਸਾਡੇ ਤੇ ਸਿੱਟੇ ਨੇ, ਇਹ ਸਿੱਧੇ ਕਿਸਾਨਾਂ ਦੇ ਮੌਤ ਦੇ ਬਰਾਂਡ ਨੇ। ਕਿਉਂ ਅੱਜ ਨੌਜਵਾਨ ਜਾਂ ਆੜ੍ਹਤੀਆ ਜਾਂ ਮਜ਼ਦੂਰ ਜਾਂ ਕਿਸਾਨ ਜਾਂ ਛੋਟਾ ਵਪਾਰੀ ਜਾਂ ਦੁਕਾਨਦਾਰ ਕਿਉਂ ਇਸ ਸੰਘਰਸ਼ 'ਚ ਕੁੱਦੇ ਨੇ? ਕਿਉਂਕਿ ਅੱਜ ਸਾਡਾ ਜਿਹੜਾ ਭਵਿੱਖਾ ਖਤਮ ਹੋਣ ਲੱਗਾ, ਜਿਹੜਾ ਸਾਡਾ ਕਿੱਤਾ ਸਾਰੇ ਦਾ ਸਾਰਾ ਖਤਮ ਹੋਣ ਲੱਗਾ। ਜੇ ਅੱਜ ਇਹਨਾਂ ਆਰਡੀਨੈਂਸਾਂ ਕਾਨੂੰਨਾਂ ਦੇ ਤਹਿਤ ਸਾਡੀ ਖੇਤੀਬਾੜੀ ਪ੍ਰਾਈਵੇਟ ਹੁੰਦੀ ਆ, ਪ੍ਰਾਈਵੇਟ ਹੋਣ ਦੇ ਨਾਤੇ ਸਾਡੀ ਖੇਤੀਬਾੜੀ ਜਮਾਂ ਖਤਮ ਹੁੰਦੀ ਆ। ਕਿਉਂ? ਇਹਦੇ 'ਚ MSP ਵੀ ਤੋੜਤੀ, ਸਰਕਾਰੀ ਖਰੀਦ ਤੋੜਤੀ, ਮੰਡੀਕਰਨ ਨੂੰ ਤੋੜ ਜਾ। ਜੇ ਇਹ ਕੁਝ ਹੁੰਦਾ ਹੈ ਤਾਂ ਜਿਹੜੀਆਂ ਬਾਹਰਲੀਆਂ ਕੰਪਨੀਆਂ ਨੇ ਉਹ ਆ ਕੇ ਖੁੱਲੀ ਮੰਡੀ 'ਚ ਖਰੀਦਣਗੀਆਂ। ਜਦੋਂ ਖੁੱਲੀ ਮੰਡੀ 'ਚ ਖਰੀਦਣਗੀਆਂ, ਇੱਕ ਕੁਆਂਟਲ ਮਗਰ ਇਹ ਹੁੰਦਾ ਨੇ ਕਿ 164 ਰੁਪਏ ਦਾ ਫਰਕ ਪੈਂਦਾ, ਉਹ 65-60 ਰੁਪਏ ਵੱਧ ਦੇ ਕੇ ਖਰੀਦਣਗੀਆਂ, 100 ਦਾ ਨਫਾ ਹੋ ਰਹਿ ਗਿਆ। ਤੇ ਜਦੋਂ ਸਾਡੇ ਕਿਸਾਨਾਂ ਨੇ ਘਰਾਂ 'ਚੋਂ ਕਣਕ ਦੇਣੀ ਚਾਲੂ ਕਰ ਗਈ, ਨਰਮਾ ਦੇਣਾ ਚਾਲੂ ਕਰ ਲਿਆ, ਝੋਨਾ ਦੇਣਾ ਚਾਲੂ ਕਰ ਲਿਆ, ਤਾਂ ਮੰਡੀ ਸਫਾ ਹੋ ਜੂਗੀ। ਮੰਡੀ ਦੇ ਵਿੱਚ ਕੋਈ ਫਸਲ ਨਹੀਂ ਜਾਣੀ ਤਾਂ ਸਰਕਾਰ ਨੇ ਆਟੋਮੈਟਿਕ ਕਹਿ ਦੇਣਾ ਵੀ ਜਾਂ ਮੰਡੀਕਰਨ ਨੂੰ ਕਿਸਾਨ ਚੰਗਾ ਨਹੀਂ ਸਮਝ ਰਹੇ, ਲੈ ਗਈ ਬਾਹਰ ਦੀ ਬਾਹਰ। ਇਸ ਕਰਕੇ ਜਿਹੜੀ ਇਹ ਸਾਡੀ ਲੜਾਈ ਆ, ਅਸੀਂ ਕਿਸਾਨਾਂ ਨੂੰ ਜਾਗਰਤੀ ਕਰਦੇ ਹਾਂ ਵੀ ਭਰਾਵੋ ਮੰਡੀਕਰਨ ਨੂੰ ਟੁੱਟਣ ਨਹੀਂ ਦੇਣਾ, ਨਵੀਂ ਆਰਥਿਕ ਨੀਤੀ ਲਾਗੂ ਨਹੀਂ ਹੋਣੀ ਦੇਣੀ, WTO ਨਹੀਂ ਹਿੰਦੁਸਤਾਨ 'ਚ ਵੜਨ ਦੇਣਾ ਤੇ ਪ੍ਰਾਈਵੇਟ ਕੰਪਨੀਆਂ ਨਹੀਂ ਵੜਨ ਦੇਣੀਆਂ, ਸਰਕਾਰੀ ਖਰੀਦ ਅਸੀਂ ਲਾਗੂ ਰੱਖਾਂਗੇ। ਇਹ ਤਾਂ ਹੋ ਸਕਦਾ ਜਿਹੜਾ ਨੌਜਵਾਨ ਵਿਰਖਾ ਸਾਡੇ 'ਚ ਆਇਆ, ਯੂਥ ਆਇਆ, ਯੂਥ ਨੂੰ ਅਸੀਂ ਬੇਨਤੀ ਜ਼ਰੂਰ ਕਰਾਂਗੇ ਵੀ ਇਹ ਐਡਾ ਵੱਡਾ ਕਾਹਲੀ ਵਾਲਾ ਕੰਮ ਨਹੀਂ, ਇਹ ਲੜਾਈ ਲੰਮੀ ਆ, ਜੋਸ਼ ਤੇ ਹੋਸ਼ ਜ਼ਰੂਰ ਹੋਣੀ ਚਾਹੀਦੀ ਆ, ਪਰ ਹੋਸ਼ ਦੇ ਵਿੱਚ ਆ ਕੇ ਅਸੀਂ ਇਹ ਲੜਾਈ ਲੜਾਂਗੇ। ਜਿਹੜਾ ਕਿ ਬੇਹੋਸ਼ ਤੋਂ ਹੋਸ਼ ਤੋਂ ਬਾਹਰ ਨਿਕਲਦਾ ਹੈ ਤਾਂ ਸਰਕਾਰ ਇਹ ਗੱਲ ਚਾਹੁੰਦੀ ਆ, ਕਿਉਂਕਿ ਉਹਨਾਂ ਨੇ ਇਹੋ ਜਿਹੇ ਕੰਮ ਕਰਨੇ ਨੇ, ਬਗਾਵਤ ਕਰਨੀ ਹੈ ਵਿੱਚ। ਅਸੀਂ ਇਹ ਵੀ ਯੂਥ ਨੂੰ ਕਹਿੰਦੇ ਆ ਵੀ ਤੁਸੀਂ ਹੋਸ਼ ਨਾਲ ਰਹੋ, ਤੇ ਇਹ ਵੀ ਕਹਿੰਦੇ ਸੁਚੇਤ ਰਹੋ। ਨਹੀਂ, ਦੋ ਪਾਰਟੀਆਂ ਅਕਾਲੀ ਦਲ ਤੇ ਦੂਜੇ ਪਾਸੇ ਕਾਂਗਰਸ, ਦੋਨੇ ਟਰੈਕਟਰ ਸਾੜਦੀਆਂ ਨੇ, ਕਿਤੇ ਉਹ ਸਾਜ਼ਿਸ਼ ਤਾਂ ਨਹੀਂ ਹੋ ਰਹੀ ਸੰਘਰਸ਼ ਠੰਡਾ ਪਾਉਣ ਦੀ? ਹਾਂਜੀ, ਜਿਹੜੀਆਂ ਦੋਹੇ ਪਾਰਟੀਆਂ ਜਾਂ ਕਹਿ ਦਿਓ ਅਕਾਲੀ ਦਲ ਜਾਂ ਕਹਿ ਦਿਓ ਕਾਂਗਰਸ, ਇੱਥੇ ਅਕਾਲੀ ਦਲ ਦਾ ਤੁਹਾਨੂੰ ਸਿੱਧਾ ਹੀ ਪਤਾ ਵੀ ਉਹਨਾਂ ਦਾ ਵੱਡਾ ਚਮਚਾ ਹੈ, ਭਾਜਪਾ ਦਾ ਵੱਡਾ ਚਮਚਾ ਹੈ। ਤੁਹਾਨੂੰ ਪਤਾ ਹੈ ਜਦੋਂ ਆਰਡੀਨੈਂਸਾਂ ਦੇ ਸਾਈਨ ਹੋਏ ਨੇ, ਬੀਬਾ ਹਰਸਿਮਰਤ ਕੌਰ ਬਾਦਲ ਭੂੰਦੜ ਵਰਗਿਆਂ ਨੇ ਸਾਰਿਆਂ ਨੇ ਰਾਜ ਸਭਾ 'ਚ ਵੀ ਕਰਤੇ। ਕਿਉਂ ਕਰਤੇ? ਉਹਨਾਂ ਦੇ ਥੱਲੇ ਸੀ। ਹੁਣ ਤਾਂ ਇਹ ਗੁੱਲੀ ਡੰਡਾ ਖੇਡਦੇ ਨੇ ਵੀ ਅਸੀਂ ਲੋਕਾਂ 'ਚ ਮੁਜ਼ਾਹਰੇ ਕਰਕੇ ਲੋਕਾਂ ਨੂੰ ਆਪਦੇ ਨਾਲ ਲਾਈਏ ਤੇ ਕਿਸਾਨੀ ਘੋਲ ਨੂੰ ਫੇਲ ਕਰੀਏ। ਤੇ ਦੂਜੇ ਪਾਸੇ ਕਾਂਗਰਸ ਵੀ ਇਹ ਕਰ ਰਹੀ ਹੈ, ਕਿਉਂ ਕਾਂਗਰਸ ਉਦੋਂ ਵੀ ਵੱਡੀ ਦੁਸ਼ਮਣ। 1992 ਦੇ ਵਿੱਚ ਜਦੋਂ WTO ਗੇਟ ਸਮਝੌਤਾ ਲਾਗੂ ਹੋਇਆ ਹੈ, ਉਦੋਂ ਕਾਂਗਰਸੀ ਦੀ ਇਹ ਨੀਤੀ ਹੈ ਨਾ। ਜਦੋਂ ਮਨਮੋਹਨ ਸਿੰਘ ਵਿੱਤ ਮੰਤਰੀ ਹੁੰਦੇ, ਪੀ ਨਰਸਿਮਹਾ ਰਾਓ ਪ੍ਰਧਾਨ ਮੰਤਰੀ ਹੁੰਦਾ ਸੀ, ਉਦੋਂ ਹੀ ਸਾਈਨ ਕੀਤੇ ਗਏ ਨੇ, ਉਦੋਂ ਇਹ ਸਾਈਨ ਕੀਤੇ ਗਏ WTO। ਉਹ ਜਿਹੜੀ ਚੀਜ਼ ਆ, ਉਹ ਰੇਸ਼ੋ ਜਿਹੜੀ ਆ ਅੱਜ ਅੱਗੇ ਆ ਗਈ। ਦੋਨੇ ਪਾਰਟੀਆਂ ਕਹਿ ਰਹੀਆਂ ਅਸੀਂ ਕਿਸਾਨਾਂ ਦੀ ਗੱਲ ਕਰ ਰਹੇ ਹਾਂ, ਅਸੀਂ ਵੀ ਸੰਘਰਸ਼ ਕਰ ਰਹੇ ਹਾਂ ਕਿਸਾਨਾਂ ਦੇ ਲਈ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਦੋਨੇ ਪਾਰਟੀਆਂ ਆਪਦੀ ਕੁਰਸੀ ਨੂੰ ਰੱਖਣ ਦੇ ਲਈ, ਕਿਸਾਨੀ ਨੂੰ ਨਾਲ ਲਾਉਣ ਦੇ ਲਈ, ਚਾਹੇ ਉਹ ਕਾਂਗਰਸੀ ਆ ਜਾਂ ਅਕਾਲੀ ਆ, ਅਸੀਂ ਕਿਸਾਨ। ਜੇ ਉਹ ਕਹਿੰਦੀਆਂ ਨੇ ਅਸੀਂ ਕਿਸਾਨ ਆ, ਫਿਰ ਆ ਗੱਡੀ ਦਿੱਲੀ ਜਾ ਕੇ ਸਾਡੇ ਤੋਂ ਆਪਦੇ ਝੰਡੇ ਤੋਂ ਬਿਨਾਂ ਬਹਿਣ, ਕਿਸਾਨਾਂ ਦੇ ਵਿੱਚ ਬਹਿਣ। ਉਹਨਾਂ ਨੂੰ ਇਹ ਕੀ ਲੋੜ ਪੈ ਗਈ ਵੀ ਅਸੀਂ ਉਹਨਾਂ ਦੀ ਮੁਜ਼ਾਹਰੇ ਕਰਕੇ ਚੰਡੀਗੜ੍ਹ ਨੂੰ, ਦਿੱਲੀ ਨੂੰ ਜਾਈਏ ਟਰੈਕਟਰ ਲੈ ਕੇ, ਉਧਰੋਂ ਕੱਲ੍ਹ ਨੂੰ ਰਾਹੁਲ ਗਾਂਧੀ ਆ ਰਿਹਾ। ਇਹ ਲੋਕਾਂ ਦੀ ਅੱਖਾਂ 'ਚ ਧੱਕੇ ਮਾਰ ਰਹੇ ਨੇ, ਕਿਸਾਨੀ ਨੂੰ ਖਤਮ ਕਰਨ ਲਈ ਤਿਆਰ ਹੋਏ ਬੈਠੇ ਨੇ। ਇਹ ਸਾਰੇ ਦੇ ਸਾਰੇ ਇੱਕ ਨੇ, ਕਾਂਗਰਸ ਨੇ ਲਿਆਂਦਾ, ਅਕਾਲੀਆਂ ਨੇ ਸਾਈਨ ਕੀਤੇ ਨੇ ਤੇ ਭਾਜਪਾ ਨੇ ਉਹਨੂੰ ਲਾਗੂ ਕੀਤਾ। ਇਸ ਕਰਕੇ ਸਾਰੇ ਦੇ ਸਾਰੇ ਸਮੁੱਚੇ ਵਰਗ ਦੇ ਦੋਸ਼ੀ ਨੇ, ਸਾਰੇ ਦੇ ਸਾਰੇ ਜਿਹੜੇ ਆਪਣਾ ਕਿਸਾਨਾਂ ਨੂੰ ਖਤਮ ਕਰਨ ਤੇ ਤੁਲੇ ਹੋਏ ਨੇ। ਜੇ ਕੋਈ ਲੀਡਰ ਤੁਹਾਨੂੰ ਕਹਿੰਦਾ ਸਮਰਥਨ ਦਿੰਦਾ, ਤੁਹਾਨੂੰ ਆ ਕੇ ਕਹਿੰਦਾ ਕਿ ਤੁਹਾਡੇ ਧਰਨੇ ਦੇ ਵਿੱਚ ਬੈਠਣਾ, ਤੁਸੀਂ ਬੈਠਣ ਦਿਓਗੇ? ਹਾਂ, ਜੇ ਇਹ ਲੀਡਰ ਸੱਚੇ ਮਨੋਂ ਪਰਮਾਤਮਾ ਨੂੰ ਜਾਣ ਕੇ ਝੰਡੇ ਤੋਂ ਬਗੈਰ ਕਿਸਾਨੀ ਕਿੱਤੇ ਦੇ ਵਿੱਚ ਆ ਕੇ ਬਹਿੰਦੇ ਨੇ, ਸਿਆਸੀ ਰੋਟੀਆਂ ਨਹੀਂ ਸੇਕਦੇ, ਇਹਨਾਂ ਦਾ ਪਹਿਲੀ ਚੀਜ਼ ਤਾਂ ਹੈ ਵੀ ਜਿਹੜਾ MLA ਹੋ ਗਿਆ, ਜਿਹੜਾ ਕੁਰਸੀ ਤੇ ਬਹਿ ਗਿਆ, ਉਸ ਕਿਸਾਨਾਂ ਦੇ ਧਰਨੇ ਦੇ ਵਿੱਚ ਆ ਕੇ ਬਹਿ ਜੇ, ਪਰ ਬੋਲਣ ਦੀ ਇਜਾਜ਼ਤ ਨਹੀਂ ਹੋ ਜੋ ਕਿਸਾਨਾਂ ਦੇ ਨੇਤਾ ਬਣਨਾ ਚਾਹੁੰਦੇ ਆ। ਇਸ ਕਰਕੇ ਉਹਨਾਂ ਨੂੰ ਧਰਨੇ 'ਚ ਹੀ ਬਹਿਣਾ ਚਾਹੀਦਾ, ਬੋਲਣ ਦੀ ਲੋੜ ਨਹੀਂ, ਝੰਡਾ ਲਿਆਉਣ ਦੀ ਲੋੜ ਨਹੀਂ, ਕਿਸਾਨੀ ਨੂੰ ਬਚਾਉਣ ਦੀ ਖਾਤਰ ਇਕੱਠੇ ਹੋਣ ਦੀ ਲੋੜ।